बहुत बहुत स्वागत है सूबे ਦੀਆਂ ਸਿਆਸੀ ਸਥਿਤੀਆਂ ਦੇ ਉੱਪਰ ਪੜਤਾਲ ਦੇ ਸਾਡੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਅੱਜ ਇਹਨਾਂ ਖਬਰਾਂ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਨੇ, ਇਹਨਾਂ ਇਲਜ਼ਾਮਾਂ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਭਗਵੰਤ ਮਾਨ ਦੇ ਐਲਾਨਾਂ ਦੀ ਵੀ ਗੱਲ ਕਰਾਂਗੇ। ਸਿੱਧੂ ਮੂਸੇਵਾਲੇ ਦੇ ਗੀਤ ਨੂੰ ਲੈ ਕੇ ਉਸ ਦੇ ਵਿੱਚ ਗਦਾਰ ਕੌਣ ਹੈ, ਇਸ ਵਿਸ਼ੇ ਤੇ ਵੀ ਚਰਚਾ ਕਰਾਂਗੇ ਤੇ ਨਾਲ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਜੋ ਵੱਡੇ ਗੋਦਾਮ ਨੇ ਉੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਆਪਣੀ ਕਣਕ ਵੇਚਣ ਦੇ ਲਈ। ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਲੈ ਕੇ। ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੇਰੇ ਨਾਲ ਨੇ। ਡੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥਕ ਕਨਵੈਨਸ਼ਨ ਹੋਈ ਸ਼੍ਰੋਮਣੀ ਅਕਾਲੀ ਦਲ ਦੀ। ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲਗਾ ਦਿੱਤੇ ਨੇ। ਕਿਵੇਂ ਦੇਖਦੇ ਹੋ ਡੱਲਾ ਸਾਹਿਬ ਇਹਨਾਂ ਇਲਜ਼ਾਮਾਂ ਨੂੰ? ਦੇਖੋ, ਮੈਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਨੇ ਬਹੁਤ ਵੱਡੇ ਇਲਜ਼ਾਮ ਨੇ ਉੱਥੇ ਭਗਵੰਤ ਮਾਨ ਉਹਨਾਂ ਦੇ ਉੱਪਰ ਲਗਾਏ ਨੇ ਜੀ। ਕਿ ਇਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ? ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਨੂੰ? ਮੁੱਖ ਮੰਤਰੀ ਤੇ ਜਿਹੜੇ ਇਲਜ਼ਾਮ ਲਾਏ ਸੀ ਕਿ ਉਹ ਮੰਚ ਦੇ ਉੱਤੋਂ ਆਪਣੇ ਭਾਸ਼ਣ 'ਚ ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਬਸ, ਜਾਂ ਉਹਨਾਂ ਬਾਰੇ ਕੋਈ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਹੈ? ਕਿ ਕੋਈ ਸਬੂਤ ਵੀ ਅਜਿਹੇ ਪੁਲਿਸ ਨੂੰ ਉਹਨਾਂ ਨੇ ਦਿੱਤੇ ਨੇ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਔਰ ਦੂਸਰਾ, ਇਹ ਗੱਲ ਬਹੁਤ ਵੱਡੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਬੁਲਾਰੇ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ 'ਤੇ, ਉਹਨਾਂ ਨੇ ਇਹ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਜੀ। ਕਈ ਵਾਰੀ ਪਹਿਲਾਂ ਵੀ ਭਗਵੰਤ ਮਾਨ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਰਹੇ ਨੇ। ਅਕਾਲੀ ਦਲ ਲਗਾਤਾਰ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ ਮੁੱਦੇ ਚੱਕਦਾ ਰਹਿੰਦਾ ਹੈ, ਪਰ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਨੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਗੱਲ ਵੀ ਹੋਊਗੀ ਔਰ ਕਿਤੇ ਨਾ ਕਿਤੇ ਇਸ ਮੁੱਦੇ ਦੇ ਉੱਤੇ ਗੱਲ ਅੱਗੇ ਵੀ ਵਧੂਗੀ। ਪਰ ਮੇਰਾ ਇਹ ਮੰਨਣਾ ਹੈ ਕਿ ਕਿਉਂਕਿ ਸਾਡੇ ਜਿਹੜੇ ਵੱਡੇ ਵੱਡੇ ਪਵਿੱਤਰ ਥਾਂ ਨੇ, ਹੁਣ ਵੇਲਾ ਆ ਗਿਆ ਜਿਹੜੇ ਸਾਡੇ ਵੱਡੇ ਵੱਡੇ ਪਵਿੱਤਰ ਥਾਂ ਨੇ ਉੱਥੇ ਜਦੋਂ ਸਾਡੇ ਬਹੁਤ ਵੱਡੇ ਦਿਨ ਹੁੰਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੀ ਪੰਜਾਬ ਵਿਧਾਨ ਸਭਾ ਨੂੰ ਕੁਝ ਨਿਯਮ ਅਜਿਹੇ ਬਣਾ ਦੇਣੇ ਚਾਹੀਦੇ ਨੇ, ਕੋਈ ਮਾਪਦੰਡ ਅਜਿਹੇ ਬਣਾ ਦੇਣੇ ਚਾਹੀਦੇ ਨੇ। ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਜਦੋਂ ਬਹੁਤ ਵੱਡੇ ਸਮਾਗਮ ਹੁੰਦੇ ਨੇ ਅਤੇ ਜਦੋਂ ਉੱਥੇ ਆਮ ਲੋਕ ਜਾਂਦੇ ਨੇ ਜਾਂ ਪੋਲੀਟੀਕਲ ਲੀਡਰ ਵੀ ਜਾਂਦੇ ਨੇ, ਅਤੇ ਕੋਈ ਜ਼ਾਬਤਾ ਬਣਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਤਰੀਕੇ ਦੇ ਜਿਹੜੇ ਵਿਵਾਦ ਨੇ ਉਹਨਾਂ ਤੋਂ ਬਚਿਆ ਜਾ ਸਕੇ। ਕਿਸੇ ਵੀ ਤਰ੍ਹਾਂ ਦਾ ਜ਼ਾਬਤਾ ਬਣ ਸਕਦਾ ਹੈ, ਕੋਈ ਟੈਸਟ ਦਾ ਜ਼ਾਬਤਾ ਬਣ ਸਕਦਾ ਹੈ, ਕੋਈ ਮੌਕੇ 'ਤੇ ਉੱਥੇ ਜਿਹੜੇ ਵੀ ਲੋਕ ਆਉਣਗੇ, ਭਾਵੇਂ ਉਹ ਕੋਈ VVIP ਕਿਉਂ ਨਾ ਹੋਣ, ਉਹਨਾਂ ਨੂੰ ਮੌਕੇ 'ਤੇ ਟੈਸਟ ਕਰਕੇ ਭੇਜਿਆ ਜਾਵੇ। ਫਿਰ ਅਜਿਹਾ ਜ਼ਾਬਤਾ ਬਣ ਸਕਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਨਹੀਂ ਹੋਇਆ। ਅਕਾਲੀ ਦਲ ਨੇ ਮੰਚ ਤੋਂ, ਅਕਾਲੀ ਦਲ ਦੇ ਪ੍ਰਧਾਨ ਨੇ ਮੰਚ ਤੋਂ ਐਡੀ ਵੱਡੀ ਗੱਲ ਕਹਿਤੀ। ਸੋ ਦੇਖਿਆ ਜਾਵੇ ਤਾਂ ਇਹ ਮੁੱਦਾ, ਇਲਜ਼ਾਮ ਬਹੁਤ ਵੱਡੇ ਨੇ। ਕਿਸੇ ਮੁੱਖ ਮੰਤਰੀ 'ਤੇ ਇਹ ਇਲਜ਼ਾਮ ਲੱਗਣੇ ਜਿਹੜੇ ਸੁਖਬੀਰ ਬਾਦਲ ਨੇ ਲਾਏ ਨੇ, ਇਹ ਛੋਟੇ ਇਲਜ਼ਾਮ ਨਹੀਂ ਹੈ। ਫਿਰ ਇਹਦਾ ਹੱਲ ਕੀ ਹੈ? ਇਹਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਮੈਨੂੰ ਲੱਗਦਾ ਪਹਿਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਸਾਡੇ ਪਵਿੱਤਰ ਥਾਂ ਨੇ ਸਾਰੇ, ਬਹੁਤ ਵੱਡੀ ਇਹਨਾਂ ਦੀ ਮਰਿਆਦਾ ਹੈ। ਇਹਦੇ ਲਈ ਕੋਈ ਨਾ ਕੋਈ ਜ਼ਾਬਤਾ ਐਂਟਰੀ ਨੂੰ ਲੈ ਕੇ ਲਾਇਆ ਜਾ ਸਕਦਾ। ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਉਦਾਹਰਨ ਦਿੱਤੀ ਸੀ, ਜੇ ਪ੍ਰਧਾਨ ਮੰਤਰੀ ਨੂੰ ਪਿਛਲੇ ਦਿਨਾਂ 'ਚ ਕਿਸੇ ਨੇ ਮਿਲਣ ਜਾਣਾ ਹੁੰਦਾ ਸੀ ਅਤੇ ਉਹ ਕੋਵਿਡ ਦਾ ਟੈਸਟ ਹੁੰਦਾ ਸੀ, ਭਾਵੇਂ ਕਿਸੇ ਮੁੱਖ ਮੰਤਰੀ ਨੇ ਜਾਣਾ ਉਹਦਾ ਕੋਵਿਡ ਦਾ ਟੈਸਟ ਹੁੰਦਾ ਸੀ। ਫਿਰ ਜਦੋਂ ਸਾਡੇ ਖਾਸ ਦਿਹਾੜੇ ਨੇ, ਇਸ ਮੌਕੇ 'ਤੇ ਕਿਸੇ ਨੇ ਵੀ ਆਉਣਾ ਅਤੇ ਜ਼ਰੂਰ ਉੱਥੇ ਕੋਈ ਇਸ ਤਰੀਕੇ ਦੇ ਟੈਸਟ ਦਾ ਇੰਤਜ਼ਾਮ ਕੀਤਾ ਜਾ ਸਕਦਾ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਵਿਵਾਦ ਹੈ ਜਿਹੜਾ ਜਨਮ ਨਾ ਲਵੇ। ਇਹ ਮੇਰੀ ਨਿੱਜੀ ਰਾਏ ਹੈ। ਹੋ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਸਰਕਾਰ ਦੀ ਕੋਈ ਵੱਖਰੀ ਰਾਏ ਹੋਵੇ, ਪਰ ਜਿਹੜਾ ਜ਼ਾਬਤਾ ਹੈ ਉਹ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਾ ਸਕਦਾ ਹੈ। ਜ਼ਾਬਤਾ ਹੋਣਾ ਬੜਾ ਜ਼ਰੂਰੀ ਹੈ, ਸਾਡੀਆਂ ਬੜੀਆਂ ਪਵਿੱਤਰ ਥਾਵਾਂ ਨੇ ਜੀ। ਡੱਲਾ ਸਾਹਿਬ, ਸਿੱਧੂ ਮੂਸੇਵਾਲੇ ਦੇ ਗੀਤ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਇਹ ਗੀਤ, ਸਿਆਸੀ ਇਲਜ਼ਾਮ ਵੀ ਉਹਨਾਂ 'ਤੇ ਲੱਗੇ ਨੇ ਅਤੇ ਹੁਣ ਉਹਨਾਂ ਦਾ ਬਿਆਨ ਸਾਹਮਣੇ ਆਇਆ। ਬਿਆਨ ਦੇ ਵਿੱਚ ਉਹਨਾਂ ਨੇ ਗਦਾਰ ਸ਼ਬਦ ਜਿਹੜਾ ਗਾਣੇ ਦੇ ਵਿੱਚ ਵਰਤਿਆ ਉਸ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ। ਡੱਲਾ ਸਾਹਿਬ, ਕੀ ਹੈ ਉਹ ਸਪਸ਼ਟੀਕਰਨ ਅਤੇ ਆਪਣੇ ਗੀਤ ਬਾਰੇ ਉਹਨਾਂ ਨੇ ਕੀ ਕਿਹਾ? ਦੇਖੋ, ਸਿੱਧੂ ਮੂਸੇਵਾਲੇ ਦਾ ਮੈਂ ਸੁਣ ਰਿਹਾ ਸੀ ਇੰਟਰਵਿਊ ਇੱਕ ਟੈਲੀਵਿਜ਼ਨ ਚੈਨਲ 'ਤੇ,
ਸਿੱਧੂ ਮੂਸੇਵਾਲਾ ਨੇ, ਸ਼ੁਭਦੀਪ ਸਿੰਘ ਉਹਨਾਂ ਨੇ ਜੀ ਕਈ ਗੱਲਾਂ ਆਪਣੀਆਂ ਰੱਖੀਆਂ। ਕਈ ਗੱਲਾਂ ਸੀ ਉਹਨਾਂ ਦੀਆਂ ਜਿਨ੍ਹਾਂ ਨਾਲ ਮੈਂ ਕਾਫੀ ਹੱਦ ਤੱਕ ਸਮਝ ਰਿਹਾ ਸੀ ਉਹਨਾਂ ਗੱਲਾਂ ਨੂੰ। ਹਰੇਕ ਦਾ ਆਪਣਾ ਵਿਊ ਪੁਆਇੰਟ ਹੈ ਵੱਖ-ਵੱਖ ਮੁੱਦਿਆਂ ਤੇ, ਪਰ ਇੱਕ ਦੋ ਗੱਲਾਂ ਮੈਂ ਉਹਨਾਂ ਦੀਆਂ ਸੋਚ ਰਿਹਾ ਸੀ। ਉਹ ਕਹਿੰਦੇ ਮੈਂ ਸਵਾਲ ਖੜਾ ਕੀਤਾ ਹੈ ਵੀ ਗੱਦਾਰ ਕੌਣ, ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਸਵਾਲ ਸੀ, ਦੇਖੋ ਉਹਨਾਂ ਦੀ ਉਮਰ 27-28 ਸਾਲ ਹੈ। ਹੌਲੀ ਹੌਲੀ ਉਹਨਾਂ ਨੂੰ ਵੀ ਜ਼ਿੰਦਗੀ ਦੇ ਤਜਰਬੇ ਆਉਣਗੇ। ਜਿਵੇਂ ਜਿਵੇਂ ਸਿੱਧੂ ਮੂਸੇਵਾਲੇ ਨੂੰ ਜ਼ਿੰਦਗੀ ਦੇ ਤਜਰਬੇ ਆਉਣਗੇ, ਸਿੱਧੂ ਮੂਸੇਵਾਲੇ ਨੂੰ ਆਪਣੇ ਆਪ ਜਵਾਬ ਮਿਲ ਜਾਣਾ ਹੈ ਕਿ ਗੱਦਾਰ ਕੋਈ ਨਹੀਂ। ਅਸਲ 'ਚ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਹੁਣ ਸ਼ੁਭਦੀਪ ਹੁਣੀ ਕਹਿੰਦੇ ਕਿ ਚਲੋ ਮੇਰੇ ਬਾਰੇ ਤਾਂ ਇੰਨਾ ਕੁਝ ਬੋਲਦੇ ਸੀ, ਮੈਨੂੰ ਤਾਂ ਹਰਾਤਾ, ਤੇ ਫਿਰ ਬੀਬੀ ਖਾਲੜਾ ਨੂੰ ਕਿਉਂ ਹਰਾਇਆ? ਉਹ ਕਹਿ ਰਹੇ ਸੀ ਕਿ ਦੀਪ ਸਿੱਧੂ ਕਰਕੇ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਨਹੀਂ ਜਿਤਾਇਆ। ਸਿਮਰਜੀਤ ਸਿੰਘ ਮਾਨ ਦੂਜੇ ਨੰਬਰ ਤੇ ਆਏ ਹੈ, ਬਹੁਤ ਚੰਗੀਆਂ ਵੋਟਾਂ ਉਹਨਾਂ ਨੂੰ ਪਈਆਂ ਨੇ। ਇਸ ਤਰੀਕੇ ਦੇ ਸਵਾਲ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਨਹੀਂ ਜਿੱਤ ਸਕੇ। ਤੇ ਸਿੱਧੂ ਮੂਸੇਵਾਲੇ ਨੇ ਸਵਾਲ ਖੜੇ ਕੀਤੇ ਗੱਦਾਰ ਕੌਣ। ਦੇਖੋ ਪਹਿਲੀ ਗੱਲ ਤਾਂ ਇਹ ਹੈ, ਜਿੱਤ ਹਾਰ ਦਾ ਗੱਦਾਰੀ ਨਾਲ ਕੋਈ ਸੰਬੰਧ ਨਹੀਂ। ਜੇ ਕੋਈ ਵਿਅਕਤੀ ਲੋਕਾਂ ਨੇ ਨਹੀਂ ਜਿਤਾਇਆ, ਇਹਦਾ ਮਤਲਬ ਇਹ ਨਹੀਂ ਵੀ ਜਿਨ੍ਹਾਂ ਨੇ ਵੋਟਾਂ ਪਾਤੀਆਂ ਉਹ ਨਾਲ ਨੇ ਤੇ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹ ਗੱਦਾਰ ਨੇ। ਹਾਲਾਂਕਿ ਸਿੱਧੂ ਮੂਸੇਵਾਲੇ ਨੇ ਗੱਦਾਰ ਕਿਸੇ ਨੂੰ ਨਹੀਂ ਕਿਹਾ, ਪਰ ਉਹਨਾਂ ਨੇ ਸਵਾਲ ਖੜਾ ਕੀਤਾ ਵੀ ਗੱਦਾਰ ਕੌਣ। ਸੋ ਮੇਰਾ ਇਹ ਮੰਨਣਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਵਿਚਾਰ ਨੇ। ਦੇਖੋ ਕੌਣ ਨਹੀਂ ਚਾਹੁੰਦਾ ਕਿ ਕਿਸਾਨੀ ਸਾਡੀ ਵਧੇ ਫੁੱਲੇ, ਕਿਸਾਨ ਅੱਗੇ ਆਉਣ। ਕੌਣ ਨਹੀਂ ਸੀ ਚਾਹੁੰਦਾ ਕਿ ਬੀਬੀ ਖਾਲੜਾ ਵੀ ਜਿੱਤੇ। ਪਰ ਜਦੋਂ ਕਿਸੇ ਇੱਕ ਹਲਕੇ 'ਚ ਚੋਣ ਹੈ, ਉੱਥੇ ਵਿਚਾਰਾਂ ਦਾ ਮੁਕਾਬਲਾ ਹੈ। ਉਸ ਹਲਕੇ 'ਚ ਕਿਹੜੇ ਵਿਚਾਰਾਂ ਦੇ ਲੋਕ ਜ਼ਿਆਦਾ ਨੇ ਉਹ ਜਿੱਤ ਜਾਂਦਾ ਹੈ। ਹੁਣ ਇਸ ਵਾਰ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਚਾਰ ਵਾਲੇ ਲੋਕ ਜ਼ਿਆਦਾ ਸੀ, 42% ਸੀ, 42-43%। ਆਮ ਆਦਮੀ ਪਾਰਟੀ ਜਿੱਤ ਗਈ। ਪਰ ਇਹਦਾ ਮਤਲਬ ਇਹ ਕਹਿ ਦੇਣਾ ਕਿ ਅਗਰ ਬੀਬੀ ਖਾਲੜਾ ਨੂੰ ਨਹੀਂ ਜਿਤਾਇਆ, ਸਿਮਰਜੀਤ ਸਿੰਘ ਮਾਨ ਨੂੰ ਨਹੀਂ ਜਿਤਾਇਆ, ਕਿਸਾਨਾਂ ਨੂੰ ਨਹੀਂ ਜਿਤਾਇਆ, ਤੇ ਫਿਰ ਗੱਦਾਰ ਕੌਣ? ਕੌਣ ਗੱਦਾਰ ਹੈ? ਮੈਨੂੰ ਲੱਗਦਾ ਵੀ ਕੋਈ ਗੱਦਾਰ ਨਹੀਂ। ਵਿਚਾਰ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਸੋਚ ਹੈ, ਵੱਖ-ਵੱਖ ਧਰਮ ਨੇ। ਸਾਰੇ ਧਰਮ ਏਕਤਾ ਦੀ, ਦੁਨੀਆ ਦੇ ਭਲੇ ਦੀ ਦਾ ਸੁਨੇਹਾ ਦਿੰਦੇ ਨੇ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਪਣੇ ਏਜੰਡੇ ਨੇ। ਆਮ ਆਦਮੀ ਪਾਰਟੀ ਦੇ ਆਪਣੇ ਵਿਚਾਰ ਨੇ, ਅਕਾਲੀ ਦਲ ਦੇ ਆਪਣੇ ਵਿਚਾਰ ਨੇ, ਕਾਂਗਰਸ ਦਾ ਆਪਣਾ ਵਿਚਾਰ ਹੈ, ਬੀਜੇਪੀ ਦਾ ਆਪਣਾ ਵਿਚਾਰ ਹੈ। ਪਰ ਸਾਰਿਆਂ ਦੇ ਵਿਚਾਰ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ, ਬੀਜੇਪੀ ਵੀ ਦੇਸ਼ ਤੇ ਸੂਬੇ ਦਾ ਭਲਾ ਚਾਹੁੰਦੀ ਹੈ, ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ, ਅਕਾਲੀ ਦਲ ਵੀ। ਸਾਰੇ ਲੋਕ ਧਰਮ ਦਾ ਵੀ ਭਲਾ ਚਾਹੁੰਦੇ ਨੇ, ਸਮਾਜ ਦਾ ਵੀ ਭਲਾ ਚਾਹੁੰਦੇ ਨੇ। ਵਿਚਾਰਾਂ ਦਾ ਵਖਰੇਵਾਂ ਨੀਤੀਆਂ ਨੂੰ ਲੈ ਕੇ ਹੈ। ਕੋਈ ਨੀਤੀ ਬੀਜੇਪੀ ਦੀ ਹੈ, ਉਹ ਹੋ ਸਕਦਾ ਉਹ ਕਾਂਗਰਸ ਨੂੰ ਪਸੰਦ ਨਾ ਹੋਵੇ, ਉੱਥੇ ਫਿਰ ਇੱਕ ਦੂਜੇ ਦੇ ਨਾਲ ਕ੍ਰਿਟਿਸਿਜ਼ਮ ਹੈ, ਸਿਹਤਮੰਦ ਬਹਿਸ ਹੈ। ਔਰ ਲੋਕ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਨੇ। ਬੀਜੇਪੀ ਨੂੰ ਵੀ ਵੋਟਾਂ ਪਈਆਂ, ਕਾਂਗਰਸ ਨੂੰ ਵੀ ਪਈਆਂ, ਅਕਾਲੀ ਦਲ ਨੂੰ ਵੀ ਪਈਆਂ, ਆਪ ਨੂੰ ਵੀ ਪਈਆਂ, ਬਸਪਾ ਨੂੰ ਵੀ ਪਈਆਂ। ਸੋ ਮੈਂ ਸੁਣ ਰਿਹਾ ਸੀ ਜਦੋਂ ਕਿ ਗੱਦਾਰ ਕੌਣ, ਅਸਲ 'ਚ ਗੱਦਾਰ ਕੋਈ ਨਹੀਂ। ਇਹ ਸਮਝਣਾ ਚਾਹੀਦਾ ਹੈ ਸਿੱਧੂ ਮੂਸੇਵਾਲਾ ਨੂੰ ਕਿ ਸਵਾਲ ਜਿਹੜਾ ਤੁਸੀਂ ਖੜਾ ਕੀਤਾ ਹੈ ਵੀ ਗੱਦਾਰ ਕੌਣ, ਵੀ ਗੱਦਾਰ ਕੌਣ ਹੋਇਆ। ਜੇ ਇਹ ਲੋਕ ਨਹੀਂ ਜਿੱਤੇ ਤੇ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ ਉਹ ਗੱਦਾਰ ਨਹੀਂ। ਜ਼ਰੂਰੀ ਨਹੀਂ ਹਰ ਕੋਈ ਦੀਪ ਸਿੱਧੂ ਦੀ ਸੋਚ ਨਾਲ ਚੱਲਦਾ ਹੋਵੇ। ਜ਼ਰੂਰੀ ਨਹੀਂ ਹਰ ਕੋਈ ਸਿਮਰਜੀਤ ਸਿੰਘ ਮਾਨ ਦੀ ਸੋਚ ਨਾਲ ਚੱਲਦਾ ਹੋਵੇ। ਜ਼ਰੂਰੀ ਨਹੀਂ ਹਰ ਕੋਈ ਬੀਬੀ ਖਾਲੜਾ ਦੀ ਸੋਚ ਨਾਲ ਚੱਲਦਾ ਹੋਵੇ, ਕਿਉਂਕਿ ਸਮਾਜ ਬਹੁਤ ਵੱਡਾ ਹੈ। ਸ਼ੁਭਦੀਪ ਸਿੰਘ ਗਿੱਲ ਜੀ, ਹੁਣ ਕੀ ਲੱਗਦਾ ਕਿ ਸਾਰਾ ਇੰਡੀਆ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ? ਮੁਲਕ 'ਚ ਕਿੰਨੀ ਵੱਡੀ ਆਬਾਦੀ ਹੈ ਜਿਹਨੂੰ ਪੰਜਾਬੀ ਨਹੀਂ ਆਉਂਦੀ? ਅਸੀਂ ਕਿੰਨੇ ਕੁ ਹਿੰਦੀ ਗਾਣੇ ਸੁਣਦੇ ਹਾਂ। ਵਿਚਾਰ ਨੇ। ਸਿੱਧੂ ਮੂਸੇਵਾਲਾ ਸਟਾਰ ਹੈ ਪੰਜਾਬ 'ਚ, ਹਿੰਦੀ ਦਾ ਸਟਾਰ ਕੋਈ ਹੋਰ ਹੋਣਾ, ਭੋਜਪੁਰੀ ਦੇ ਸਟਾਰ ਕੋਈ ਹੋਰ ਨੇ, ਯੂਪੀ ਬਿਹਾਰ 'ਚ ਉੱਥੇ ਵੀ ਗਾਣੇ ਨੇ, ਉੱਥੇ ਵੀ ਉਹਨਾਂ ਦੇ ਹੀਰੋ ਨੇ। ਅਸੀਂ ਸੋਚੀਏ ਵੀ ਅਸੀਂ ਉੱਥੋਂ ਦੇ ਕਿਸੇ ਗਾਇਕ ਦੇ ਵਿਚਾਰਾਂ ਨਾਲ ਕਿਉਂ ਨਹੀਂ ਸਹਿਮਤ। ਸੋ ਵਿਚਾਰਾਂ ਦਾ ਵਖਰੇਵਾਂ ਹੈ। ਔਰ ਸ਼ੁਭਦੀਪ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਹੁਣ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ, ਉਹਨੂੰ ਮੌਕਾ ਦਈਏ, ਉਹ ਗੱਲ ਮੈਨੂੰ ਠੀਕ ਲੱਗੀ ਵੀ ਬਿਲਕੁਲ ਠੀਕ ਹੈ। ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਚੁਣਿਆ, ਉਹਦੀ ਹੁਣ ਨਿੰਦਾ ਨਹੀਂ ਕੀਤੀ ਜਾਣੀ ਚਾਹੀਦੀ। ਅਗਰ ਆਮ ਆਦਮੀ ਪਾਰਟੀ ਕੋਈ ਬਦਲਾਅ ਕਰਦੀ ਹੈ ਤਾਂ ਉਸ ਬਦਲਾਅ ਨੂੰ ਮਹਿਸੂਸ ਕਰੋ। ਸੋ ਮੈਂ ਸੁਣ ਰਿਹਾ ਸੀ ਸਿੱਧੂ ਮੂਸੇਵਾਲੇ ਦੀ ਗੱਲ। ਠੀਕ ਹੈ, ਹਾਰ ਜਿੱਤ ਦੇ ਨਾਲ ਸਿਆਸਤ ਦੇ ਵਿੱਚ
ਦੁਨੀਆ, ਜ਼ਿੰਦਗੀ, ਦੇਸ਼ ਖਤਮ ਨਹੀਂ ਹੁੰਦੇ, ਪੰਜਾਬ ਖਤਮ ਨਹੀਂ ਹੋ ਸਕਦਾ। ਜੀ ਇੱਕ ਵਾਰ ਹਾਰੇ ਹੋ ਫਿਰ ਜਿੱਤ ਜਾਓਗੇ। ਔਰ ਜ਼ਰੂਰੀ ਨਹੀਂ, ਕਈ ਲੋਕ ਬਾਰ-ਬਾਰ ਕੋਸ਼ਿਸ਼ ਕਰਦੇ ਨਹੀਂ ਜਿੱਤਦੇ। ਹੁਣ ਸਿਮਰਨਜੀਤ ਸਿੰਘ ਮਾਨ ਕਿਸੇ ਵੇਲੇ ਦੇ ਜਿੱਤੇ ਹੋਏ ਨੇ, ਉਸ ਤੋਂ ਬਾਅਦ ਜਿੱਤੇ ਹੀ ਨਹੀਂ ਜੀ ਪਰ ਉਹ ਲੱਗੇ ਹੋਏ ਨੇ ਆਪਣੇ ਮਿਸ਼ਨ 'ਚ। ਜੀ ਸੋ ਇਸ ਕਰਕੇ ਗੱਦਾਰ ਕੋਈ ਨਹੀਂ। ਸੋ ਜਿਹੜੀ ਇਹ ਬੇਲੋੜੀ ਜੀ ਬਹਿਸ ਹੋ ਰਹੀ ਸੀ ਨਾ ਕਿ ਗੱਦਾਰ ਕਹਿਤਾ, ਪੰਜਾਬੀਆਂ ਨੂੰ ਗੱਦਾਰ ਕਹਿਤਾ, ਮੈਨੂੰ ਲੱਗਦਾ ਅਜਿਹੀ ਕੋਈ ਗੱਲ ਨਹੀਂ। ਸਿੱਧੂ ਮੂਸੇਵਾਲੇ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਔਰ ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੈ। ਪਰ ਮੈਂ ਕੱਲ੍ਹ ਵੀ ਇੱਕ ਗੱਲ ਕਹੀ ਸੀ, ਭਗਵੰਤ ਮਾਨ ਉਹਨਾਂ ਨੂੰ ਸੈਂਸਰ ਬੋਰਡ ਪੰਜਾਬ ਦਾ ਬਣਾਉਣਾ ਚਾਹੀਦਾ, ਜਿਹੜਾ ਪੰਜਾਬ ਦੇ ਗਾਣੇ, ਪੰਜਾਬ ਦੇ ਫਿਲਮਾਂ, ਉਹਨਾਂ ਦੇ ਵਿੱਚ ਇੱਕ ਕੜੀ ਦਾ ਕੰਮ ਕਰੇ ਤਾਂ ਕਿ ਬੇਲੋੜੀ ਜਿਹੜੀ ਬਹਿਸ ਹੈ ਔਰ ਬੇਲੋੜਾ ਮੁੱਦਿਆਂ ਦਾ ਭਟਕਣਾ ਉਹ ਬੰਦ ਹੋਵੇ। ਡੱਲਾ ਸਾਹਿਬ, ਇਸ ਵਾਰ ਬੜੀ ਵੱਡੀ ਮਿਕਦਾਰ ਦੇ ਵਿੱਚ ਜਿਹੜੀ ਕਣਕ ਦੀ ਫਸਲ ਹੈ ਕਿਸਾਨਾਂ ਵੱਲੋਂ ਉਹ ਕਾਰਪੋਰੇਟ ਘਰਾਣਿਆਂ ਦੇ ਗੋਦਾਮਾਂ ਨੂੰ ਵੇਚੀ ਜਾ ਰਹੀ ਹੈ। ਇਸ ਗੱਲ ਦਾ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਕ੍ਰਿਟਿਸਿਜ਼ਮ ਵੀ ਹੋ ਰਿਹਾ, ਕੁਝ ਲੋਕ ਇਤਰਾਜ਼ ਵੀ ਇਸ ਗੱਲ ਨੂੰ ਲੈ ਕੇ ਕਿਸਾਨਾਂ ਦੇ ਉੱਪਰ ਵੀ ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਲੈ ਕੇ, ਕਿਸਾਨਾਂ ਵੱਲੋਂ ਜੋ ਕਣਕ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ? ਦੇਖੋ, ਤੁਸੀਂ ਬੜਾ ਇੱਕ ਅਹਿਮ ਸਵਾਲ ਚੁੱਕਿਆ ਜੀ। ਸਿੱਧੂ ਮੂਸੇਵਾਲੇ ਨੇ ਵੀ ਇੰਟਰਵਿਊ 'ਚ ਆਪਣੀ ਇਹ ਗੱਲ ਕੀਤੀ ਸੀ। ਹੁਣ ਤੁਸੀਂ ਦੇਖੋ, ਇੱਕ ਪ੍ਰਬੰਧ ਸਰਕਾਰ ਨੇ ਬਣਾਇਆ ਜੀ, ਉਸ ਪ੍ਰਬੰਧ ਦੇ ਜ਼ਰੀਏ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਨੇ ਉੱਥੇ ਸਟੋਰ ਕੀਤੀਆਂ ਜਾ ਰਹੀਆਂ ਨੇ ਉਪਜਾਂ, ਤੇ ਕਿਉਂ ਨਾ ਕਿਸਾਨ ਉੱਥੇ ਦੇਣ ਜਾਣ। ਔਰ ਮੈਂ ਕਹਿੰਦਾ ਜੇ ਕਿਸੇ ਕਿਸਾਨ ਨੂੰ ਮਾਰਕੀਟ ਨਾਲੋਂ ਵੱਧ ਰੇਟ ਮਿਲ ਰਿਹਾ ਤੇ ਜ਼ਰੂਰ ਦੇਣਾ ਚਾਹੀਦਾ ਜੀ। ਸਾਡੀਆਂ ਜ਼ਮੀਨਾਂ ਤੇ ਹੀ ਸਾਈਲੋ ਬਣੇ ਨੇ, ਕੋਈ ਵੱਖਰੇ ਅਸਮਾਨ ਤੇ ਥੋੜੀ ਬਣੇ ਨੇ। ਔਰ ਕਈ ਲੋਕ ਕ੍ਰਿਟਿਸਾਈਜ਼ ਕਰ ਰਹੇ ਨੇ ਕਿਸਾਨਾਂ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਕਿ ਉੱਥੇ ਕਾਰਪੋਰੇਟਾਂ ਦਾ ਵਿਰੋਧ ਹੋ ਰਿਹਾ ਸੀ, ਹੁਣ ਸਾਈਲੋ ਅੱਗੇ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ। ਸਾਈਲੋ ਸਾਡੀ ਜ਼ਮੀਨ ਤੇ ਹੀ ਬਣੇ ਨੇ ਔਰ ਸਾਡੀ ਕਿਸਾਨੀ ਦਾ ਸੰਘਰਸ਼ ਹੈ ਕਿ ਸਾਰਾ ਕੁਝ ਕਾਰਪੋਰੇਟਾਂ ਦੇ ਕੋਲੇ ਨਾ ਜਾਵੇ। ਉਹ ਸੰਘਰਸ਼ ਕਿਉਂ ਹੈ? ਉਹ ਸੰਘਰਸ਼ ਹੈ ਪ੍ਰੋਫਿਟ ਨੂੰ ਲੈ ਕੇ, ਆਮਦਨ ਨੂੰ ਲੈ ਕੇ। ਜੇ ਕਿਸਾਨਾਂ ਨੂੰ ਬਣਦੀ ਆਮਦਨ ਮਿਲੇ, ਕਿਸਾਨਾਂ ਨੂੰ ਬਣਦਾ ਮੁੱਲ ਮਿਲੇ, ਹਰ ਫਸਲ ਦਾ MSP ਮਿਲੇ, ਸਾਰੀਆਂ ਚੀਜ਼ਾਂ ਕਾਨੂੰਨੀ ਰੂਪ ਤੇ ਪਰਿਭਾਸ਼ਿਤ ਹੋਣ, ਤੇ ਫਿਰ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਨਹੀਂ ਕਰਨਾ। ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਿਸਾਨ ਇਸ ਕਰਕੇ ਕਰਦੇ ਨੇ ਕਿ ਕਾਰਪੋਰੇਟ ਘਰਾਣੇ ਮਾਰਕੀਟ ਨੂੰ ਕੰਟਰੋਲ ਕਰ ਲੈਂਦੇ ਨੇ। ਇਸ ਵਾਰ ਤਾਂ ਯੂਕਰੇਨ ਔਰ ਰੂਸ ਦਾ ਯੁੱਧ ਲੱਗਿਆ ਜਗਦੀਸ਼ ਜੀ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕਣਕ ਦੀਆਂ ਕੀਮਤਾਂ ਜ਼ਿਆਦਾ ਨੇ ਕਿਉਂਕਿ ਕ੍ਰਾਈਸਿਸ ਬਹੁਤ ਜ਼ਿਆਦਾ ਹੈ, ਘਾਟ ਬਹੁਤ ਜ਼ਿਆਦਾ ਹੈ ਕਣਕ ਦੀ। ਰੂਸ ਨੰਬਰ 1 ਹੈ, ਯੂਕਰੇਨ ਨੰਬਰ 2 ਹੈ, ਇੰਡੀਆ ਨੰਬਰ 3 ਸੀ। ਮੈਨੂੰ ਲੱਗਦਾ ਇਸ ਵਾਰ ਭਾਰਤ ਨੰਬਰ 2 ਤੇ ਆ ਜਾਊਗਾ ਜੀ। ਹੁਣ ਦੁਨਿਆਵੀ ਬਾਜ਼ਾਰ ਦੇ ਵਿੱਚ ਕਣਕ ਦੀ ਕਮੀ ਹੈ, ਜਿਸ ਕਰਕੇ ਭਾਰਤ ਦੀ ਸਰਕਾਰ ਨੂੰ ਵੀ ਪਤਾ ਹੈ ਅਸੀਂ ਵੱਧ ਤੋਂ ਵੱਧ ਕਣਕ ਚੱਕੀਏ। ਕਿਉਂ? ਕਿਉਂਕਿ ਹੋ ਸਕਦਾ ਆਉਂਦੇ ਸਮੇਂ 'ਚ ਸਾਡੇ ਉਹਨਾਂ ਮੁਲਕਾਂ ਨਾਲ ਚੰਗੇ ਸੰਬੰਧ ਹੈ। ਹੋ ਸਕਦਾ ਭਾਰਤ ਨੇ ਯੂਕਰੇਨ ਨੂੰ ਜਾਂ ਕਿਸੇ ਹੋਰ ਮੁਲਕ ਨੂੰ ਕਣਕ ਦੇਣੀ ਹੋਵੇ ਜੀ। ਸੋ ਭਾਰਤ ਸਰਕਾਰ ਵੱਧ ਤੋਂ ਵੱਧ ਕਣਕ ਸਟੋਰ ਕਰੂਗੀ। ਪ੍ਰਾਈਵੇਟ ਲੋਕ ਨੇ ਜਿਹੜੇ ਪ੍ਰਾਈਵੇਟ ਅਦਾਰੇ, ਉਹਨਾਂ ਨੂੰ ਵੀ ਪਤਾ ਹੈ ਵੀ ਇਸ ਵਾਰ ਕਣਕ ਦੀ ਕਮੀ ਹੈ ਤੇ ਅਸੀਂ ਵੀ ਕਣਕ ਖਰੀਦ ਕੇ ਰੱਖ ਲਈਏ। ਇਸ ਵਾਰ ਕਿਸਾਨਾਂ ਨੂੰ ਤਾਂ ਪ੍ਰਾਈਵੇਟ ਬਾਜ਼ਾਰ 'ਚ ਵੀ ਚੰਗਾ ਮੁੱਲ ਮਿਲ ਰਿਹਾ, ਅੱਗੇ ਨਹੀਂ ਮਿਲ ਗਿਆ ਕਦੀ। ਇਹ ਕਿਸੇ ਨੀਤੀ ਨਾਲ ਨਹੀਂ ਮਿਲ ਰਿਹਾ, ਕੋਈ MSP ਦਾ ਕਾਨੂੰਨ ਨਹੀਂ ਬਣ ਗਿਆ, ਕੋਈ ਚੀਜ਼ਾਂ ਤੈਅ ਨਹੀਂ ਹੋ ਗਈਆਂ, ਕੋਈ ਰਾਤੋਂ ਰਾਤ ਨਵੀਂ ਚੀਜ਼ ਨਹੀਂ ਆ ਗਈ। ਇਹ ਇੱਕ ਕ੍ਰਾਈਸਿਸ ਹੈ, ਇੱਕ ਕਮੀ ਹੈ। ਪੈਟਰੋਲ ਡੀਜ਼ਲ ਦੇ ਮੁੱਲ ਦੇਖੋ ਕਿਵੇਂ ਵੱਧ ਗਏ, 105 ਦੇ ਲਾਗੇ ਪਹੁੰਚ ਗਿਆ ਪੈਟਰੋਲ ਡੀਜ਼ਲ। ਪਤਾ ਕਿੱਥੋਂ ਲੱਗਣਾ ਕਿਸਾਨਾਂ ਨੂੰ? ਜਦੋਂ ਹੁਣ ਝੋਨਾ ਬੀਜਣ ਦੀ ਵਾਰੀ ਆਉਣੀ 10 ਜੂਨ ਤੋਂ ਬਾਅਦ, ਜਦੋਂ ਬਿਜਲੀ ਮਿਲਣੀ ਨਹੀਂ। 7500 ਮੈਗਾਵਾਟ ਸਾਡੀ ਡਿਮਾਂਡ ਹੋ ਗਈ, 4400 ਮੈਗਾਵਾਟ ਸਾਡੇ ਕੋਲੇ ਉਪਲਬਧਤਾ ਹੈ। 7500 ਚੋਂ 4400, ਸੋ ਲਗਭਗ ਜਗਦੀਸ਼ ਜੀ 3000 ਮੈਗਾਵਾਟ ਦਾ ਫਰਕ ਹੈ ਜੀ। ਤੇ ਜੂਨ ਜੁਲਾਈ 'ਚ ਝੋਨਾ ਬੀਜਣ ਵੇਲੇ ਸਰਕਾਰ ਦਾਅਵਾ ਤਾਂ ਕਰਦੀ ਹੈ ਕਿ ਅਸੀਂ ਬਿਜਲੀ ਖਰੀਦ ਲਾਂਗੇ ਜੀ, ਪਰ ਜੇ ਮੁਕੰਮਲ ਬਿਜਲੀ ਨਾ ਮਿਲੀ, ਅੱਜ ਦੀਆਂ ਸਥਿਤੀਆਂ ਤੁਸੀਂ ਦੇਖ ਲਓ, ਕਿੰਨੇ ਕਿੰਨੇ ਕੱਟ ਲੱਗ ਰਹੇ ਨੇ ਜੀ, ਕਿੰਨੇ ਕਿੰਨੇ ਕੱਟ ਲੱਗ ਰਹੇ ਨੇ, ਬਹੁਤ ਵੱਡੇ ਵੱਡੇ ਕੱਟ ਲੱਗ ਰਹੇ ਨੇ। ਰਾਤਾਂ ਨੂੰ ਲੋਕ ਜਾਗ ਰਹੇ ਨੇ। ਔਰ ਅਗਰ ਇਹੀ ਸਥਿਤੀ ਝੋਨੇ ਦੇ ਸੀਜ਼ਨ 'ਚ ਰਹੀ ਤੇ ਡੀਜ਼ਲ 100 ਰੁਪਏ ਵਾਲਾ ਡੀਜ਼ਲ ਬਾਲ ਕੇ ਆ ਜਿੰਨਾ ਹੁਣ ਸਾਨੂੰ ਲੱਗ ਰਿਹਾ ਨਾ ਵੀ ਪ੍ਰੋਫਿਟ ਮਿਲ ਰਿਹਾ ਕਣਕ ਵੇਚਣ 'ਚ ਪ੍ਰਾਈਵੇਟ ਮਾਰਕੀਟ 'ਚ, ਉਹਦੇ ਨਾਲੋਂ ਵੱਧ ਘਾਟਾ ਸਾਨੂੰ ਡੀਜ਼ਲ ਬਾਲਣ 'ਤੇ ਲੱਗ ਜਾਣਾ ਝੋਨਾ ਬੀਜਣ 'ਤੇ। ਸੋ ਇਸ ਕਰਕੇ ਬਹੁਤੀ ਜ਼ਿਆਦਾ ਖੁਸ਼ੀ ਹੋਣ ਦੀ ਗੱਲ ਨਹੀਂ।
ਉਹ ਜਿਹੜੇ ਸਾਈਲੋ ਨੇ ਅਗਰ ਉੱਥੇ ਸਾਡੇ ਕਿਸਾਨ ਜਾ ਰਹੇ ਨੇ ਕਿਉਂਕਿ ਸਰਕਾਰ ਨੇ ਹਲੇ ਤੱਕ ਉਹੀ ਬੰਦੋਬਸਤ ਬਣਾ ਰੱਖਿਆ, ਇਸ ਕਰਕੇ ਉਹਦੇ 'ਚ ਕੋਈ ਬੁਰਾਈ ਨਹੀਂ, ਕੋਈ ਗੱਦਾਰੀ ਨਹੀਂ ਉਹਦੇ 'ਚ। ਬਿਲਕੁਲ ਜਾਣਾ ਚਾਹੀਦਾ ਸਾਡੇ ਕਿਸਾਨਾਂ ਨੂੰ, ਔਰ ਹੱਕ ਦੇ ਨਾਲ ਅਸੀਂ ਉੱਥੇ ਆਪਣੀ ਫਸਲ ਦੇ ਸਕਦੇ ਹਾਂ। ਔਰ ਸਰਕਾਰੀ ਖਰੀਦ ਹੀ ਉੱਥੇ ਜਾ ਰਹੀ ਹੈ, ਜ਼ਿਆਦਾਤਰ ਸਰਕਾਰੀ ਖਰੀਦ ਹੀ ਉੱਥੇ ਜਾ ਰਹੀ ਹੈ। ਸੋ ਕਈ ਲੋਕ ਜਿਹੜੇ ਕਿਸਾਨਾਂ ਤੇ ਜਿਹੜੇ ਉੱਥੇ ਜਾ ਰਹੇ ਨੇ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ, ਮੈਨੂੰ ਲੱਗਦਾ ਉਹਨਾਂ ਨੂੰ ਵੀ ਪੂਰੀ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਕਿਸਾਨ ਕਿਸੇ ਸਿਸਟਮ ਦੇ ਖਿਲਾਫ ਨਹੀਂ, ਪ੍ਰਥਾ ਦੇ ਖਿਲਾਫ ਹੈ ਕਿ ਜਿਹੜਾ ਕਾਰਪੋਰੇਟ ਕਲਚਰ ਹੈ ਉਹ ਆਪਣੇ ਕੰਟਰੋਲ 'ਚ ਚੀਜ਼ਾਂ ਨੂੰ ਕਰ ਲੈਂਦਾ। ਉਹ ਲੜਾਈ ਹੈ, ਉਹ ਹਮੇਸ਼ਾ ਚੱਲਦੀ ਰਹਿਣੀ ਹੈ ਤਾਂ ਕਿ ਦੇਸ਼ 'ਚ ਕਾਨੂੰਨ ਅਜਿਹੇ ਬਣਨ ਕਿ ਕਾਰਪੋਰੇਟ ਘਰਾਣੇ ਵੀ ਪ੍ਰੋਫਿਟ ਕਮਾਉਣ, ਪਰ ਇਹ ਨਹੀਂ ਵੀ ਕਿਸਾਨ ਦਾ ਪ੍ਰੋਫਿਟ ਵੀ ਉਹ ਲੈ ਕੇ ਚਲੇ ਜਾਣ। ਇਹ ਲੜਾਈ ਹੈ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਕਿਸਾਨਾਂ ਦਾ ਸੰਘਰਸ਼ ਹੈ। ਜੀ ਡੱਲਾ ਸਾਹਿਬ, ਨਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਈਡੀ ਵੱਲੋਂ ਫਿਰ ਤੋਂ ਪੁੱਛਤਾਛ ਕੀਤੀ ਗਈ ਹੈ, ਉਹਨਾਂ ਨੂੰ ਪੁੱਛਿਆ ਗਿਆ ਇਸ ਮਾਮਲੇ ਨੂੰ ਲੈ ਕੇ। ਦੂਜੇ ਪਾਸੇ ਪੰਜਾਬ 'ਚ ਇਹ ਵੀ ਖਬਰਾਂ ਨੇ ਕਿ ਨਜਾਇਜ਼ ਮਾਈਨਿੰਗ ਦੇ ਕੁਝ ਇੱਕ ਮਾਮਲੇ ਅਜਿਹੇ ਨੇ ਕਿ ਨਜਾਇਜ਼ ਮਾਈਨਿੰਗ ਹਾਲੇ ਵੀ ਚੱਲ ਰਹੀ ਹੈ। ਕਿਵੇਂ ਦੇਖਦੇ ਹੋ ਡੱਲਾ ਸਾਹਿਬ ਇਹਨਾਂ ਖਬਰਾਂ ਨੂੰ? ਦੇਖੋ, ਨਜਾਇਜ਼ ਮਾਈਨਿੰਗ ਇੱਕ ਬਹੁਤ ਵੱਡੀ ਚੁਣੌਤੀ ਹੈ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੈਰ ਕਾਨੂੰਨੀ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਖਤਮ ਹੋ ਗਈ। ਮੈਂ ਤਾਂ ਕਹੂੰਗਾ ਗੈਰ ਕਾਨੂੰਨੀ ਮਾਈਨਿੰਗ ਖਤਮ ਹੋ ਗਈ ਜੀ। ਕਿਤੇ ਕੋਈ ਟਾਵਾਂ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੋਵੇ ਤੇ ਉਹ ਵੀ ਦੇਰ ਸਵੇਰ ਪੁਲਿਸ ਫੜ ਲੈਂਦੀ ਹੈ ਜੀ। ਹੁਣ ਚਰਨਜੀਤ ਚੰਨੀ ਹੋਣਾ ਤੇ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਦੀ, ਉਹਦੇ ਵਿੱਚ ਤਾਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਜ਼ਿਆਦਾ ਹੋਈ ਹੈ। ਰਾਘਵ ਚੱਡਾ ਸੀ, ਆਮ ਆਦਮੀ ਪਾਰਟੀ ਦੇ ਲੀਡਰ ਸੀ, ਨਵਜੋਤ ਸਿੰਘ ਸਿੱਧੂ ਸੀ, ਇਹਨਾਂ ਨੇ ਸਾਰਿਆਂ ਨੇ ਆਵਾਜ਼ ਬੁਲੰਦ ਕੀਤੀ ਭਾਵੇਂ ਕਾਂਗਰਸ ਦੀ ਸਰਕਾਰ ਸੀ। ਪਰ ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠੇ, ਲਗਾਤਾਰ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਭਾਵੇਂ ਉਦੋਂ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਵੀ ਕੀਤਾ, ਔਰ ਨਵਜੋਤ ਸਿੰਘ ਸਿੱਧੂ ਨੂੰ ਇਸੇ ਕਰਕੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਕਿਉਂਕਿ ਜ਼ਿਆਦਾਤਰ ਕਾਂਗਰਸ 'ਚ ਅਜਿਹੀ ਲੌਬੀ ਸੀ ਜਿਹੜੀ ਜਾਂ ਤਾਂ ਰੇਤੇ ਦਾ ਕੰਮ ਕਰਦੀ ਸੀ ਜਾਂ ਸ਼ਰਾਬ ਦਾ ਕੰਮ ਕਰਦੀ ਸੀ। ਰੇਤੇ ਤੇ ਸ਼ਰਾਬ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਸੀ ਕਿਉਂਕਿ ਉਹ ਇਕੱਠੇ ਜਿਹੇ ਹੋ ਗਏ ਸੀ। ਔਰ ਮੈਂ ਤਾਂ ਕਹਿੰਦਾ ਜਿਹੜੇ L1 ਦੇ ਲਾਇਸੈਂਸ ਹੈ, ਜਿਹੜੇ ਸ਼ਰਾਬ ਦੇ ਠੇਕਿਆਂ ਦੇ ਵੀ ਲਾਇਸੈਂਸ ਨੇ L1 ਦੇ, ਅਗਰ ਉਹਨਾਂ ਦੀ ਕੋਈ ਪੜਤਾਲ ਹੋ ਜੇ, ਜਾਂਚ ਹੋ ਜੇ, ਮੈਂ ਕਹਿੰਦਾ ਅੱਧੇ ਤੋਂ ਵੱਧ ਲਾਇਸੈਂਸ L1 ਦੇ, ਮੈਨੂੰ ਲੱਗਦਾ ਹੈ, ਮੇਰਾ ਸ਼ੱਕ ਹੈ, ਅੱਧੇ ਤੋਂ ਵੱਧ ਲਾਇਸੈਂਸ ਅਕਾਲੀਆਂ ਦੇ, ਕਾਂਗਰਸੀਆਂ ਦੇ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਨਿਕਲੇ ਹੋਣੇ ਜੀ। ਚਲੋ ਅੱਧਿਆਂ ਦੇ ਨਹੀਂ ਨਿਕਲਣਗੇ, 25% ਦੇ ਤਾਂ ਨਿਕਲ ਹੀ ਆਉਣੇ ਆ, ਇਹ ਕੋਈ ਥੋੜੀ ਗੱਲ ਹੈ। ਸੋ L1 ਦੇ ਲਾਇਸੈਂਸ ਵੀ ਮੈਂ ਤਾਂ ਕਹਿੰਦਾ ਉਹਨਾਂ ਦੇ ਆਲੇ ਦੁਆਲੇ ਅਜਿਹੇ ਲੋਕਾਂ ਨੇ ਘੇਰਾ ਪਾ ਰੱਖਿਆ ਕਿ ਬਸ ਅਸੀਂ ਹੀ ਸ਼ਰਾਬ ਦਾ ਕੰਮ ਕਰਨਾ ਹੈ। ਇਸੇ ਤਰ੍ਹਾਂ ਰੇਤੇ ਦਾ ਸੀ, ਰੇਤੇ ਦੀ ਮਾਈਨਿੰਗ ਦਾ ਕੰਮ ਸਿੱਧੇ ਅਸਿੱਧੇ ਤੌਰ ਤੇ ਲੀਡਰ ਸੀ, ਭਾਵੇਂ ਕੋਈ ਲੁਕਵੇਂ ਸੀ, ਪਿੱਛੇ ਸੀ ਵੀ ਤੂੰ ਕੰਮ ਕਰੀ ਚੱਲ ਮੈਂ ਪਿੱਛੇ ਹਾਂ। ਔਰ ਹੁਣ ਚਰਨਜੀਤ ਚੰਨੀ ਉਹਨਾਂ ਦਾ ਭਰਾ 10 ਕਰੋੜ, ਉਹਨਾਂ ਦਾ ਮਾਫ ਕਰਨਾ, ਚਰਨਜੀਤ ਚੰਨੀ ਉਹਨਾਂ ਦਾ ਭਤੀਜਾ ਜੀ, ਚਰਨਜੀਤ ਚੰਨੀ ਉਹਨਾਂ ਦਾ ਭਤੀਜਾ 10 ਕਰੋੜ ਦੇ ਨਾਲ ਫੜਿਆ ਗਿਆ, ਕੈਸ਼ ਦੇ, ਭਤੀਜਾ ਜਾਂ ਭਾਣਜਾ ਜੀ। ਇੰਨਾ ਕੈਸ਼ 10 ਕਰੋੜ, ਪੰਜਾਬ ਦੇ ਲੋਕ ਅੱਖਾਂ ਨਾਲ ਦੇਖ ਕੇ ਹੈਰਾਨ ਹੋ ਗਏ। ਫਿਰ ਵੀ ਕਾਂਗਰਸ ਨਹੀਂ ਮੰਨੀ ਹਾਈ ਕਮਾਂਡ, ਕਿਉਂਕਿ ਰੇਤੇ ਵਾਲੀ ਲੌਬੀ ਸੀ ਇੱਕ, ਜਿਹੜੇ ਕਹਿੰਦੇ ਨਹੀਂ ਜੀ ਸਭ ਕੁਝ ਠੀਕ ਹੋ ਰਿਹਾ ਜੀ। ਰਾਹੁਲ ਗਾਂਧੀ ਨੂੰ ਵੀ ਉਹਨਾਂ ਨੇ ਕਨਵਿੰਸ ਕਰ ਲਿਆ ਵੀ ਸਿੱਧੂ ਗਲਤ ਹੈ, ਅਸੀਂ ਠੀਕ ਹਾਂ, ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਓ, ਸਰਕਾਰ ਬਣਾ ਲਾਂਗੇ। ਰਾਹੁਲ ਗਾਂਧੀ ਵੀ ਨਾਲ ਰਲ ਗਿਆ ਉੱਥੇ ਜੀ। ਹੁਣ ਭੁਪਿੰਦਰ ਹਨੀ, ਉਸ ਤੋਂ ਬਾਅਦ ਲਓ ਚਰਨਜੀਤ ਚੰਨੀ ਹੋਣੀ ਜਾ ਕੇ ਆਏ ਨੇ, ਆਪ ਹੀ ਟਵੀਟ ਕਰਕੇ ਦੱਸਿਆ ਚਰਨਜੀਤ ਚੰਨੀ ਨੇ, ਭਾਈ ਕਹਿੰਦੇ ਮੈਂ ਜਾ ਕੇ ਆਇਆ, ਮੈਂ ਪੜ੍ਹ ਕੇ ਹੀ ਸੁਣਾ ਦਿੰਦਾ, ਮੈਂ ਰੱਖੀ ਬੈਠਾ। ਚਰਨਜੀਤ ਚੰਨੀ ਜੀ ਟਵੀਟ ਕਰਕੇ ਕਹਿੰਦੇ ਮੈਨੂੰ ਈਡੀ ਨੇ ਮਾਈਨਿੰਗ ਮਾਮਲੇ 'ਚ ਸੰਮਨ ਭੇਜਿਆ ਸੀ, ਮੈਂ ਗਿਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਾਮਲੇ 'ਚ ਇੱਕ ਚਲਾਨ ਈਡੀ ਵੱਲੋਂ ਪਹਿਲਾਂ ਹੀ ਅਦਾਲਤ 'ਚ ਪੇਸ਼ ਕੀਤਾ ਗਿਆ। ਉਹ ਕਹਿੰਦੇ ਮੈਨੂੰ ਅਧਿਕਾਰੀਆਂ ਨੇ ਦੁਬਾਰਾ ਨਹੀਂ ਬੁਲਾਇਆ। ਇੱਕ ਚਲਾਨ ਪਹਿਲਾਂ ਕਿ ਪੇਸ਼ ਹੋਇਆ ਤੇ ਚਲਾਨ ਸਪਲੀਮੈਂਟਰੀ ਹੋ ਜਾਂਦੇ ਆ। ਕਹਿੰਦੇ ਮੈਨੂੰ ਦੁਬਾਰਾ ਨਹੀਂ ਬੁਲਾਇਆ, ਉਹ ਕਦੀ ਵੀ ਬੁਲਾ ਸਕਦੇ ਆ। ਤੇ ਚੰਨੀ ਉਹਨਾਂ ਨੇ ਵੀ ਉਦੋਂ ਹੀ ਦੱਸਿਆ ਟਵੀਟ ਕਰਕੇ ਵੀ ਮੈਂ ਕੱਲ੍ਹ ਜਾ ਕੇ ਆਇਆ, ਜਦੋਂ ਗੱਲ ਮੀਡੀਆ 'ਚ ਆ ਗਈ। ਜਦੋਂ ਚੰਨੀ ਉਹਨਾਂ ਨੂੰ ਸੱਦਾ ਆਇਆ, ਸੰਮਨ ਆਇਆ, ਉਦੋਂ ਹੀ ਟਵੀਟ ਕਰ ਦਿੰਦੇ ਵੀ ਭਾਈ ਮੈਨੂੰ ਈਡੀ ਨੇ ਬੁਲਾਇਆ। ਸੋ ਇਸ ਕਰਕੇ ਜਦੋਂ ਗੱਲ ਮੀਡੀਆ 'ਚ ਆ ਗਈ ਤੇ ਚੰਨੀ ਸਾਹਿਬ ਨੇ ਟਵੀਟ ਕਰਤਾ। ਇਹਦਾ ਮਤਲਬ ਹੈ ਇਹ ਤਾਂ ਪਹਿਲਾਂ ਕਹਿੰਦੇ ਸੀ ਵੀ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ। ਹੁਣ ਕਈ ਕਾਂਗਰਸੀ ਮੈਂ ਸੁਣਦਾ ਸੀ ਇਕੱਠੇ ਹੋ ਗਏ ਝੱਟ, ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ, ਚੰਨੀ ਸਾਹਿਬ, ਹੋਰ ਕਈ ਲੀਡਰ ਇਕੱਠੇ ਹੋ ਗਏ। ਇਹ ਕਹਿੰਦੇ ਵੀ ਵੈਂਡਾਟੇ ਦੀ ਪੋਲਿਟਿਕਸ ਹੈ।
ਹੁਣ ਤਾਂ ਵੋਟਾਂ ਲੰਘਣ ਤੋਂ ਬਾਅਦ ਬੀਜੇਪੀ ਨੇ ਸੰਮਣ ਭੇਜੇ। ਜੇ ਪਹਿਲਾਂ ਭੇਜ ਦਿੰਦੇ ਤਾਂ ਪਹਿਲਾਂ ਹੋਰ ਰੌਲਾ ਪੈ ਜਾਣਾ ਸੀ। ਮੈਨੂੰ ਲੱਗਦਾ ਬੀਜੇਪੀ ਵਾਲਿਆਂ ਨੇ ਵੀ ਇਹ ਸੋਚਿਆ ਹੋਣਾ ਵੀ ਭਾਈ ਪਹਿਲਾਂ ਨਾ ਸੰਮਣ ਭੇਜੋ, ਪਰ ਮੈਨੂੰ ਲੱਗਦਾ ਬੀਜੇਪੀ ਦੇ ਹੱਥ ਨਹੀਂ, ਈਡੀ ਦੀ ਆਪਣੀ ਕਾਰਵਾਈ ਹੈ, ਇਹ ਈਡੀ ਦੀ ਆਪਣੀ ਕਾਰਵਾਈ ਹੈ। ਬਾਕੀ ਹੋ ਸਕਦਾ ਹੈ ਪਿੱਛੇ ਲੁਕਵੇਂ ਤੌਰ ਤੇ ਸਰਕਾਰਾਂ ਦਖਲ ਦਿੰਦੀਆਂ ਹੋਣ, ਪਰ ਇਹ ਮਾਮਲਾ ਪੂਰਾ ਗਰਮ ਹੋ ਗਿਆ। ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ। ਜਗਦੀਸ਼ ਜੀ, ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਮੇਰੀ ਲੜਾਈ ਤਾਂ ਰੇਤੇ ਨਾਲ ਨਹੀਂ ਸੀ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਨਾਲ ਸੀ। ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਜਿਹੜੇ ਲੋਕ ਸਾਰੇ ਰੇਤੇ ਰੂਤੇ ਦੇ ਇਲਜ਼ਾਮਾਂ ਦੇ ਵਿੱਚ ਸੀ ਉਹ ਸਾਰੇ ਹੀ ਮੇਰੇ ਖਿਲਾਫ ਸੀ, ਕਿਉਂਕਿ ਮੈਂ ਰੇਤੇ ਦੇ ਖਿਲਾਫ ਬੋਲਦਾ ਸੀ। ਸੋ ਨਵਜੋਤ ਸਿੰਘ ਸਿੱਧੂ ਨੇ ਰੇਤੇ ਦੇ ਖਿਲਾਫ ਲੜਾਈ ਲੜੀ, ਮਾਈਨਿੰਗ ਮਾਫੀਆ ਦੇ ਖਿਲਾਫ ਲੜਾਈ ਲੜੀ, ਤੇ ਉਹ ਅੱਜ ਵੀ ਉਸ ਲੜਾਈ ਤੇ ਖੜਾ ਹੈ। ਪਰ ਕਾਂਗਰਸ ਜਿਨ੍ਹਾਂ ਨੇ ਸੁਰਜੀਤ ਧਮਾਨ ਨੂੰ ਥੋੜ੍ਹੇ ਦਿਨ ਪਹਿਲਾਂ ਕਰਪਸ਼ਨ ਦੇ ਖਿਲਾਫ ਬੋਲਣ ਤੇ ਬਾਹਰ ਕਰਤਾ ਸੀ, ਹੁਣ ਇਹ ਸਵਾਲ ਪੱਤਰਕਾਰਾਂ ਨੇ ਰਾਜਾ ਵੜਿੰਗ ਤੋਂ ਵੀ ਪੁੱਛੇ ਵੀ ਚੰਨੀ ਹੋਣਾ ਦੇ ਵੀ ਇਲਜ਼ਾਮ ਲੱਗ ਗਏ, ਇਹਨਾਂ ਨੂੰ ਕੀ ਕਰੋਗੇ ਹੁਣ। ਸੋ ਹੁਣ ਇਹ ਕਾਂਗਰਸ ਦੇ ਉੱਤੇ ਵੀ ਸਵਾਲ ਨੇ ਕਿ ਬਹੁਤ ਸਾਰੇ ਲੀਡਰ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਹੈ, ਜਿਨ੍ਹਾਂ ਤੇ ਇਨਡਿਸਪਲਿਨ ਦੇ ਇਲਜ਼ਾਮ ਨੇ, ਉਹਨਾਂ ਦਾ ਕੀ ਕਰੋਗੇ। ਸੋ ਰਾਜਾ ਵੜਿੰਗ ਲਈ ਚੁਣੌਤੀਆਂ ਸ਼ੁਰੂ ਹੋ ਗਈਆਂ। ਦੇਖੋ ਹਜੇ ਚਾਰਜ ਨਹੀਂ ਲਿਆ ਰਾਜਾ ਵੜਿੰਗ ਨੇ, ਲੇਕਿਨ ਕਾਂਗਰਸ ਦੀ ਪਾਰਟੀ ਨੂੰ ਇੱਕ ਹੋਰ ਮੁਸ਼ਕਲ ਪੈ ਗਈ। ਸੋ ਆਉਂਦੇ ਦਿਨਾਂ 'ਚ ਇਹ ਮਾਮਲਾ ਹੋਰ ਅੱਗੇ ਵੱਧ ਸਕਦਾ। ਜਗਦੀਸ਼ ਜੀ, ਮੈਨੂੰ ਤਾਂ ਇਹ ਲੱਗਦਾ ਹੈ ਚਰਨਜੀਤ ਚੰਨੀ ਨੂੰ ਸੱਦਿਆ ਹਜੇ ਤਾਂ ਚਰਨਜੀਤ ਚੰਨੀ ਦੇ ਉੱਪਰ ਵੀ ਸੀ ਕਈ ਹੋਰ ਕਾਂਗਰਸ ਦੇ ਸੀਨੀਅਰ ਲੀਡਰ ਨੇ। ਇਹ ਵੀ ਹੋ ਸਕਦਾ ਹੈ ਕਿਉਂਕਿ ਇਹ ਮਾਮਲਾ ਜਿਹੜਾ ਹੈ ਇਹ ਕਹਿੰਦੇ ਨੇ ਇੱਕ ਤਾਂ ਗੈਰ ਕਾਨੂੰਨੀ ਮਾਈਨਿੰਗ ਹੈ ਤੇ ਮਨੀ ਲਾਂਡਰਿੰਗ ਐਕਟ, ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਵੀ ਹੈ, ਤੇ ਕਹਿੰਦੇ ਅਫਸਰਾਂ ਦੀਆਂ ਬਦਲੀਆਂ ਦੇ ਸ਼ੱਕ ਵੀ ਵਿੱਚ ਹੀ ਨੇ ਵੀ ਬਦਲੀਆਂ ਦੇ ਪਿੱਛੇ ਕਿਤੇ ਪੈਸਾ ਤਾਂ ਨਹੀਂ ਆਇਆ, ਕਿਉਂਕਿ ਉਹ ਪੈਸਾ 10 ਕਰੋੜ ਆਇਆ ਕਿੱਥੋਂ, ਸਵਾਲ ਇਹ ਵੱਡਾ ਹੈ। ਹੁਣ ਮੈਨੂੰ ਪਤਾ ਲੱਗਿਆ ਕਿ ਕਾਂਗਰਸ ਦੇ ਹੋਰ ਸੀਨੀਅਰ ਲੀਡਰਾਂ ਨੂੰ ਵੀ ਸੰਮਣ ਜਾ ਸਕਦੇ ਆ, ਹੋ ਸਕਦਾ ਉਹਨਾਂ ਦੇ ਘਰਾਂ 'ਚ ਚਲੇ ਗਏ ਹੋਣਗੇ, ਉਹਨਾਂ ਨੇ ਦੱਸਣਾ ਥੋੜ੍ਹੀ ਹੈ। ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਸੋ ਚਰਨਜੀਤ ਚੰਨੀ ਤੇ ਗੱਲ ਨਹੀਂ ਰੁਕਦੀ ਲੱਗਦੀ ਮੈਨੂੰ, ਇਹ ਗੱਲ ਅੱਗੇ ਵਧੂਗੀ, ਅੱਗੇ ਹੋਰ ਕਿਹੜਾ ਲਪੇਟੇ 'ਚ ਆਊਗਾ ਉਹਦੇ ਤੇ ਨਜ਼ਰ ਰਹੂਗੀ। ਵੈਸੇ ਮੈਂ ਇੱਕ ਗੱਲ ਸੋਚ ਰਿਹਾ ਕਿ ਕਾਂਗਰਸ ਨੂੰ ਕਰਪਸ਼ਨ ਨੇ ਹੀ ਖਤਮ ਕੀਤਾ, ਪੂਰੀ ਤਾਂ ਨਹੀਂ ਖਤਮ ਹੋਈ ਕਾਂਗਰਸ, ਐ ਤਾਂ ਹੈਗੀ ਹੈ, ਪਰ ਜਿੰਨੀ ਕੁ ਬਚੀ ਹੈ ਉਨੀ ਕੁ ਸਾਫ਼ ਬਚੀ ਹੈ, ਕਰਪਸ਼ਨ ਵਾਲੀ ਤਾਂ ਮਿਟ ਗਈ। ਸੋ ਕਰਪਸ਼ਨ ਦੇਖੋ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ 2G 3G ਫਲਾਣਾ ਜੀ ਕਾਮਨਵੈਲਥ ਜੀ, ਚਲੋ ਕਈ ਸਾਬਤ ਹੋਏ ਨਹੀਂ ਹੋਏ, ਪਰ ਐਡੇ ਘੁਟਾਲੇ ਤਾਂ ਹੋਏ ਨਾ। ਉਹ ਘੁਟਾਲਿਆਂ ਦੇ ਇਲਜ਼ਾਮਾਂ ਨੇ ਕਾਂਗਰਸ ਨੂੰ ਅੱਜ ਕਿੱਥੇ ਪਹੁੰਚਾਤਾ। ਸੋ ਕਾਂਗਰਸ ਦੀ ਹਾਈ ਕਮਾਂਡ ਨੂੰ ਨਵਜੋਤ ਸਿੰਘ ਸਿੱਧੂ ਵਰਗੇ ਇਸੇ ਕਰਕੇ ਲੀਡਰ ਮਾਫਕ ਨਹੀਂ, ਕਿਉਂਕਿ ਉਹ ਇਮਾਨਦਾਰੀ ਦੀ ਗੱਲ ਕਰਦੇ ਨੇ। ਇਹ ਨਹੀਂ ਵੀ ਕਾਂਗਰਸ 'ਚ ਇਕੱਲਾ ਨਵਜੋਤ ਸਿੰਘ ਸਿੱਧੂ ਇਮਾਨਦਾਰ ਹੈ ਤੇ ਬਾਕੀ ਚੋਰ ਨੇ, ਨਹੀਂ। ਗੱਲ ਇਹ ਹੈ ਵੀ ਜਿਹੜਾ ਬੰਦਾ ਅਸਲ ਮੁੱਦੇ ਇਮਾਨਦਾਰੀ ਨਾਲ ਚੱਕ ਰਿਹਾ, ਤੁਸੀਂ ਉਹਦੀ ਗੱਲ ਨਹੀਂ ਸੁਣ ਰਹੇ। ਸੋ ਅੱਜ ਕਾਂਗਰਸ, ਅੱਜ ਬਹੁਤ ਸਾਰੇ ਲੋਕ ਪੰਜਾਬ ਦੇ ਵੀ ਮੰਨਦੇ ਹੋਣਗੇ ਵੀ ਜੇ ਚਰਨਜੀਤ ਚੰਨੀ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਰ ਦਿੰਦੇ ਤੇ ਸਥਿਤੀਆਂ ਹੋਰ ਹੋਣੀਆਂ ਸੀ। ਹੁਣ ਪਤਾ ਨਹੀਂ ਕਾਂਗਰਸ ਕਦੀ ਮੁੜ ਕੇ ਪੰਜਾਬ 'ਚ ਆਵੇ ਨਾ ਆਵੇ, ਯੂਪੀ 'ਚ ਤਾਂ ਆਈ ਨਹੀਂ। ਡੱਲਰ ਸਾਹਿਬ, ਗਰਮੀ ਲਗਾਤਾਰ ਵੱਧ ਰਹੀ ਹੈ ਤੇ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੰਗ ਬਿਜਲੀ ਦੀ ਬਹੁਤ ਜ਼ਿਆਦਾ ਹੈ ਤੇ ਪੂਰਤੀ ਬਹੁਤ ਘੱਟ ਹੋ ਰਹੀ ਹੈ। ਕਿਵੇਂ ਦੇਖਦੇ ਹੋ ਡੱਲਰ ਸਾਹਿਬ ਇਹਨਾਂ ਖਬਰਾਂ ਨੂੰ? ਦੇਖੋ 7500 ਮੈਗਾਵਾਟ ਤੋਂ ਵੱਧ ਮੰਗ ਜਿਹੜੀ ਪੰਜਾਬ 'ਚ ਆਸ-ਪਾਸ ਆ ਗਈ, ਔਰ 4400 ਮੈਗਾਵਾਟ ਸਪਲਾਈ ਪਿਛਲੇ ਇੱਕ ਅੱਧੇ ਦਿਨ 'ਚ ਹੋਈ ਹੈ। ਥੋੜ੍ਹਾ ਬਹੁਤਾ ਹੇਠ ਉੱਤ ਹੋ ਜਾਂਦਾ ਸਪਲਾਈ ਦਾ। ਹੁਣ ਪਾਵਰਕਾਮ ਕੀ ਕਰ ਰਹੀ ਹੈ? ਪਿਛਲੇ ਦਿਨਾਂ 'ਚ ਵੀ ਪਾਵਰਕਾਮ ਨੇ 10 ਰੁਪਏ ਯੂਨਿਟ ਖਰੀਦੀ ਬਿਜਲੀ, 10 ਰੁਪਏ ਯੂਨਿਟ ਖਰੀਦ ਕੇ ਬਿਜਲੀ ਪੰਜਾਬ 'ਚ ਸਪਲਾਈ ਕੀਤੀ, ਪਰ ਇਸ ਦੇ ਬਾਵਜੂਦ ਪੰਜਾਬ 'ਚ ਕੱਟ ਬਹੁਤ ਨੇ। ਪਾਵਰਕਾਮ ਮੰਨਦਾ ਨਹੀਂ, ਪਾਵਰਕਾਮ ਦਾ ਮਹਿਕਮਾ ਕੱਟ ਨੂੰ ਮੰਨਦਾ ਨਹੀਂ, ਗੱਲ ਕੱਟ ਦੀ। ਉਹ ਕਹਿ ਦਿੰਦੇ ਜੀ ਫਾਲਟ ਆ ਗਿਆ, ਕਿਤੇ ਤਕਨੀਕੀ ਫਾਲਟ ਸੀ, ਕਿਤੇ ਰਿਪੇਅਰ ਚੱਲ ਰਹੀ ਸੀ, ਇਸ ਕਰਕੇ। ਪਰ ਬਿਜਲੀ ਦੇ ਕੱਟ ਲੱਗ ਰਹੇ ਨੇ ਕਿਉਂਕਿ ਕੱਟ ਸਰਕਾਰਾਂ ਨੂੰ ਮਾਫਕ ਨਹੀਂ ਹੁੰਦੇ। ਹੁਣ ਕਈ ਵਾਰੀ ਜੇ ਕੱਟ ਵੀ ਲਾਉਣਾ ਹੋਵੇ ਤੇ ਪਾਵਰਕਾਮ ਵੱਲੋਂ ਕਹਿ ਦਿੱਤਾ ਜਾਂਦਾ ਜ਼ਰੂਰੀ ਰਿਪੇਅਰ ਕਰਨ ਲਈ ਬਿਜਲੀ ਬੰਦ ਰਹੂਗੀ। ਹੁਣ ਉਹ ਆਮ ਲੋਕਾਂ ਨੇ ਜਾ ਕੇ ਥੋੜ੍ਹੀ ਦੇਖਣਾ ਵੀ ਭਾਈ ਰਿਪੇਅਰ ਹੋ ਰਹੀ ਹੈ ਕਿ ਨਹੀਂ ਹੋ ਰਹੀ, ਪਰ ਕੱਟ ਲੱਗ ਰਹੇ ਨੇ। ਚੀਕਾਂ ਨਿਕਲੀਆਂ ਪਈਆਂ ਸਾਡੇ ਆਮ ਲੋਕਾਂ ਦੀਆਂ। ਮੈਂ ਵੀ ਕਿੰਨੇ ਵਾਰੀ ਦਿਨੇ ਪੱਖਾ ਘੁਮਾ ਕੇ ਬੈਠਦਾ, ਹੱਥ ਨਾਲ ਹੱਥ ਪੱਖਾ ਜੀ। ਸੁਭਾਵਿਕ ਹੈ, ਅਸੀਂ ਵੀ ਸਾਰੇ ਆਮ ਲੋਕ ਹਾਂ। ਵੱਡੇ ਕੱਟ ਨੇ, ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ। ਔਰ ਮੈਂ ਥੋੜ੍ਹਾ ਜਿਹਾ ਇਹਨੂੰ ਸਿਆਸੀ ਤੌਰ 'ਤੇ ਦੇਖਾਂ।
ਜਦੋਂ ਪਿਛਲੀ ਵਾਰੀ ਚਰਨਜੀਤ ਚੰਨੀ ਸੀ ਇਹਨਾਂ ਦਿਨਾਂ 'ਚ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਬਣੇ ਸੀ ਜੀ। ਚੰਨੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਇਹਨਾਂ ਦਿਨਾਂ 'ਚ, ਕਿਉਂਕਿ ਚੰਨੀ ਤਾਂ ਸਤੰਬਰ ਅਕਤੂਬਰ 'ਚ ਆਏ ਆ। ਕੈਪਟਨ ਅਮਰਿੰਦਰ ਦੇ ਵੇਲੇ ਵੀ ਬਿਜਲੀ ਦੇ ਕੱਟ ਲੱਗ ਰਹੇ ਸੀ ਬਹੁਤ ਜ਼ਿਆਦਾ। ਕਹਿੰਦੇ ਜੀ ਇਹਨਾਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਤੇ ਧਿਆਨ ਨਹੀਂ ਦਿੱਤਾ, ਉਹਨਾਂ ਨੂੰ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਵੀ ਤੁਸੀਂ ਕੋਲੇ ਦੀ ਅਵੇਲੇਬਿਲਟੀ ਰੱਖੋ। ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਜੀ, ਅਮਨ ਅਰੋੜਾ ਜੀ ਇਹ ਮੈਮੋਰੰਡਮ ਦੇ ਕੇ ਆਉਂਦੇ ਸੀ, ਕਦੇ ਗਵਰਨਰ ਸਾਹਿਬ ਨੂੰ, ਕਦੇ ਵਿਧਾਨ ਸਭਾ ਸਪੀਕਰ ਨੂੰ, ਕਦੇ ਮੁੱਖ ਮੰਤਰੀ ਨੂੰ, ਵੀ ਤੁਸੀਂ ਪ੍ਰਾਈਵੇਟ ਥਰਮਲ ਪਲਾਂਟਾਂ ਤੇ ਕਾਰਵਾਈ ਕਰੋ, ਬਿਜਲੀ ਦੇ ਸਮਝੌਤੇ ਰੱਦ ਕਰੋ, ਪਾਵਰ ਪਰਚੇਜ ਐਗਰੀਮੈਂਟ ਰੱਦ ਕਰੋ, ਮਹਿੰਗੇ ਹੋਏ ਨੇ, ਧੋਖਾ ਹੋ ਗਿਆ ਪੰਜਾਬ ਨਾਲ, ਗੈਰ ਕਾਨੂੰਨੀ ਸਮਝੌਤੇ ਨੇ। ਹੁਣ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਇਹ ਗੱਲ ਨਹੀਂ ਕਰ ਰਿਹਾ ਜੀ। ਬਿਜਲੀ ਦਾ ਸੰਕਟ ਉਵੇਂ ਹੀ ਹੈ। ਜੀ। ਹੁਣ ਆਮ ਆਦਮੀ ਪਾਰਟੀ ਵਾਲੇ ਕਰਨ ਸਮਝੌਤੇ ਰੱਦ, ਵਿਧਾਨ ਸਭਾ ਦਾ ਸੈਸ਼ਨ ਬਣਾਉਣ, ਬਿਜਲੀ ਸਮਝੌਤੇ ਰੱਦ ਕਰਨ, ਇਹਨਾਂ ਨੂੰ ਜੁਰਮਾਨੇ ਕਰਨ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤਾਂ ਹੋਵੇ ਨਾ। ਜਾਂ ਉਦੋਂ ਆਮ ਆਦਮੀ ਪਾਰਟੀ ਦੇ ਮੰਗ ਪੱਤਰ ਸੀ ਜਿਹੜੇ ਸਿਰਫ ਸਿਆਸਤ ਸੀ। ਇਸ ਕਰਕੇ ਬਿਜਲੀ ਤੇ ਸਿਆਸਤ ਹੁੰਦੀ ਹੈ। ਜਿਹੜਾ ਬਿਜਲੀ ਦਾ ਕਰੰਟ ਹੈ, ਜੀ, ਬਿਜਲੀ ਦਾ ਕਰੰਟ ਜਿਹੜੀ ਸਰਕਾਰ ਨੂੰ ਜ਼ਿਆਦਾ ਲੱਗਦਾ ਹੈ ਉਹਦੀਆਂ ਉਨੀਆਂ ਵੋਟਾਂ ਟੁੱਟ ਜਾਂਦੀਆਂ। ਪਰ ਹੁਣ ਵਿਰੋਧੀ ਐਡੇ ਤਕੜੇ ਨਹੀਂ, ਨਾ ਕਾਂਗਰਸ ਕੋਲੇ ਐਡੀ ਜਾਨ ਹੈ ਪੰਜਾਬ 'ਚ, ਨਾ ਅਕਾਲੀ ਦਲ ਕੋਲੇ। ਕਿੱਥੇ ਅਕਾਲੀ ਦਲ ਕਾਂਗਰਸ ਵਾਲੇ ਜਾ ਕੇ ਧਰਨੇ ਮਾਰਨ, ਕਿੱਥੇ ਇਹ ਮੈਮੋਰੰਡਮ ਦੇਣ, ਦਿਖੇ ਨਹੀਂ ਮੈਨੂੰ। ਰਾਜਾ ਵੜਿੰਗ ਨਵੇਂ ਪ੍ਰਧਾਨ ਬਣੇ, ਉਹ ਤਾਂ ਹੁਣ ਚਰਨਜੀਤ ਚੰਨੀ ਦਾ ਮਾਮਲਾ ਨਵਾਂ ਆ ਗਿਆ, ਮੈਨੂੰ ਲੱਗਦਾ ਉਧਰ ਰੁੱਝੇ ਰਹਿਣਗੇ। ਇਹ ਵੇਲਾ ਸੀ, ਪੈਟਰੋਲ ਦੇਖ ਲਓ, ਡੀਜ਼ਲ ਕਿੰਨਾ ਵੱਧ ਗਿਆ। ਚਰਨਜੀਤ ਚੰਨੀ ਨੇ ਤਾਂ 10 ਰੁਪਏ ਘਟਾਤਾ ਸੀ। ਚਰਨਜੀਤ ਚੰਨੀ ਨੇ 10-10 ਰੁਪਏ ਪੈਟਰੋਲ ਡੀਜ਼ਲ ਘਟਾਇਆ ਸੀ। ਕੀ ਕਾਂਗਰਸ ਨੇ ਜਾਂ ਅਕਾਲੀ ਦਲ ਨੇ ਕੋਈ ਮੰਗ ਕੀਤੀ ਹੈ, ਕੋਈ ਅੰਦੋਲਨ ਪੰਜਾਬ 'ਚ ਚਲਾਇਆ ਹੈ ਵੀ ਭਗਵੰਤ ਮਾਨ ਸਾਹਿਬ, ਹਰਪਾਲ ਚੀਮਾ ਸਾਹਿਬ 10-10 ਰੁਪਏ ਘਟਾ ਦਿਓ, ਜਿਹੜਾ ਵਧਾਤਾ ਮੋਦੀ ਸਾਹਿਬ ਨੇ ਥੋੜ੍ਹੇ ਦਿਨ ਪਹਿਲਾਂ। ਚਰਨਜੀਤ ਚੰਨੀ ਨੇ ਵੀ ਘਟਾਇਆ ਸੀ, ਉਹਦੇ ਤੇ ਕੋਈ ਮੰਗ ਨਹੀਂ। ਸੋ ਇਹ ਆਮ ਆਦਮੀ ਪਾਰਟੀ ਅੱਗੇ ਚੁਣੌਤੀਆਂ ਨੇ। ਹੁਣ ਬਿਜਲੀ ਸਪਲਾਈ ਅਗਰ ਝੋਨੇ ਦੇ ਸਮੇਂ 'ਚ ਨਾ ਮਿਲੀ, ਜਿਵੇਂ ਮੈਂ ਪਹਿਲਾਂ ਕਿਹਾ, ਤੇ ਬਹੁਤ ਔਖਾ ਹੋਣਾ ਲੋਕਾਂ ਦੇ ਲਈ। ਸੋ ਚੁਣੌਤੀਆਂ ਬਹੁਤ ਨੇ ਆਮ ਆਦਮੀ ਪਾਰਟੀ ਲਈ। ਕਹਿਣਾ ਤੇ ਕਰਨਾ ਬਹੁਤ ਫਰਕ ਹੈ। ਬਾਕੀ ਦੇਖਦੇ ਹਾਂ ਕਿਵੇਂ ਨਜਿੱਠਦੇ ਨੇ ਪੂਰੇ ਮਾਮਲੇ ਨੂੰ ਭਗਵੰਤ ਮਾਨ। ਜੀ ਡੇਲਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ तमाम ਸਿਆਸੀ ਸੁਰਖੀਆਂ ਦੇ ਉੱਪਰ ਆਪਣੇ ਵਿਚਾਰ ਰੱਖਣ ਲਈ। ਦਰਸ਼ਕਾਂ ਤੋਂ ਵੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।